जोग सिद्ध आसन 84 ਇਹ ਵੀ ਕਰ ਕਰ ਰਿਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਦੇਖੋ, ਕਈ ਲੋਕ ਕਹਿੰਦੇ ਨੇ ਯੋਗ ਸਾਧਨ ਕਰਕੇ ਸਾਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ, ਪਰ ਹਜ਼ੂਰ ਕਹਿੰਦੇ ਮੈਂ ਯੋਗ ਸਿੱਧ ਆਸਨ 84 ਵੀ ਜਿਹੜੇ ਯੋਗੀ ਲੋਕਾਂ ਦੇ ਅਤੇ ਸਿੱਧ ਲੋਕਾਂ ਦੇ 84 ਕਿਸਮ ਦੇ ਆਸਣ ਲਿਖੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਪਦਮ ਆਸਨ ਤੇ ਸਿੱਧ ਆਸਨ ਦੋ ਪ੍ਰਮੁੱਖ ਮੰਨੇ ਗਏ ਨੇ। ਤੇ ਇਹ ਜਿਹੜੇ ਯੋਗੀਆਂ ਤੇ ਸਿੱਧਾਂ ਦੇ 84 ਆਸਨ ਮੰਨੇ ਗਏ ਨੇ, ਇਹ ਵੀ ਕਰ ਰਿਹਾ। ਮੈਂ ਇਹ ਵੀ ਸਾਰੇ ਕਰ ਕਰਕੇ ਵੇਖ ਲਏ ਨੇ, ਇਹ ਵੀ ਸਾਰੇ ਕਰ ਕਰਕੇ ਮੈਂ ਹੰਭ ਗਿਆ ਹਾਂ। ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਯੋਗ ਸਾਧਨ ਕਰਕੇ ਵੱਡੀ ਆਰਜਾ, ਉਮਰ ਤਾਂ ਲੰਬੀ ਹੋ ਗਈ, ਜੇ ਜੁਗਚਾਰੀ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਿਆ ਸਭ ਕੋਈ। ਯੋਗੀ ਪੁਰਸ਼ ਆਪਣੀ ਉਮਰ ਤਾਂ ਲੰਬੀ ਕਰ ਸਕਦੇ ਨੇ, ਪਰ ਹਜ਼ੂਰ ਕਹਿੰਦੇ ਨੇ ਵੱਡੀ ਆਰਜਾ ਵਧਾ ਕੇ ਫਿਰ ਜਨਮੈ, ਫਿਰ ਮੁੜ ਕੇ ਫਿਰ ਜੰਮਦੇ ਰਹਿੰਦੇ ਹੈ। ਯੋਗੀ ਲੋਕ ਯੋਗ ਸਾਧਨ ਕਰਕੇ ਉਮਰ ਲੰਬੇਰੀ ਤਾਂ ਕਰ ਲੈਂਦੇ ਨੇ, ਪਰ ਫਿਰ ਵੀ ਤਾਂ ਮਰਨਾ ਤੇ ਪੈਂਦਾ ਹੀ ਹੈ ਨਾ, ਤੇ ਫਿਰ ਉਹ ਮੁੜ ਕੇ ਫਿਰ ਜੰਮਦੇ ਹਨ। ਹਰ ਸਿਉ ਸੰਗ ਨਾ ਗਹਿਆ, ਪਰ ਉਹਨਾਂ ਨੇ ਵਾਹਿਗੁਰੂ ਦੇ ਨਾਲ ਆਪਣਾ ਸੰਗ ਸਾਥ ਸੰਬੰਧ ਗ੍ਰਹਿਣ ਨਹੀਂ ਕੀਤਾ। ਭਾਵ ਉਮਰ ਲੰਬੀ ਕਰ ਲਈ, ਚੇਲੇ ਬਾਲੇ ਬਣਾ ਲਏ ਤੇ ਆਪਣੇ ਆਸ਼ਰਮ ਸਥਾਪਿਤ ਕਰ ਲਏ, ਤੇ ਮੁੜ ਕੇ ਫੇਰ ਜਨਮ ਲੈਂਦੇ ਰਹੇ। ਕਿਉਂਕਿ ਜਿਹੜੇ ਅਸਲੀ ਯੋਗੀ ਹੁੰਦੇ ਨੇ ਨਾ, ਯੋਗ ਸਾਧਨ ਕਰਨ ਵਾਲੇ, ਉਹਨਾਂ ਵਿੱਚ ਇਹ ਇੱਕ ਸ਼ਕਤੀ ਆ ਜਾਂਦੀ ਹੈ, ਉਹ ਆਪਣੀ ਇੱਛਾ ਅਨੁਸਾਰ ਆਪਣੀ ਦੇਹ ਨੂੰ ਛੱਡ ਸਕਦੇ ਹੈ। ਤੇ ਫਿਰ ਉਹ ਕਈ ਐਸੇ ਵੀ ਲੋਕਾਂ ਦੇ ਇਤਿਹਾਸ ਸੁਣੇ ਹਨ ਵੀ ਉਹ ਮਰਨ ਤੋਂ ਪਹਿਲਾਂ ਆਪਣੇ ਖਾਸ ਚੇਲਿਆਂ ਨੂੰ ਇਹ ਗੱਲ ਦੱਸ ਦਿੰਦੇ ਸਨ ਵੀ ਅਸੀਂ ਹੁਣ ਇਸ ਤਰੀਕ ਨੂੰ ਅਸੀਂ ਚੜ੍ਹਾਈ ਕਰ ਜਾਣੀ ਹੈ, ਫਿਰ ਅਸੀਂ ਫਲਾਨੀ ਥਾਂ ਤੇ ਜਾ ਕੇ ਜਨਮ ਲੈਣਾ। ਉਹ ਸਾਰਾ ਨਾਂ ਤੇ ਐਡਰੈਸ ਪੂਰਾ ਲਿਖਵਾ ਦਿੰਦੇ, ਤੇ ਫਿਰ ਉਹ ਜਿਹੜੇ ਉਹਨਾਂ ਦੇ ਚੇਲੇ ਹੁੰਦੇ ਸਨ ਉਹਨਾਂ ਚਿਰ ਤੱਕ ਇੰਤਜ਼ਾਰ ਕਰਦੇ। ਜਦੋਂ 5-7 ਸਾਲਾਂ ਦਾ ਫਿਰ ਉਹਨਾਂ ਦਾ ਉਹ ਯੋਗੀ ਗੁਰੂ ਹੋ ਜਾਂਦਾ ਸੀ, ਤੇ ਫਿਰ ਉਹ ਉਸ ਘਰ ਦੇ ਵਿੱਚ ਜਾ ਕੇ ਉਸ ਨੂੰ ਲਿਆ ਕੇ ਫਿਰ ਉਸ ਗੱਦੀ ਤੇ ਫਿਰ ਬਿਠਾ ਦਿੰਦੇ ਸਨ। ਕੁਛ ਲਾਮਿਆਂ ਦੇ ਵਿੱਚ ਵੀ ਇਹ ਪ੍ਰਥਾ ਚੱਲੀ ਆ ਰਹੀ ਸੀ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਇਹ ਗੱਲ ਸਮਝਾਈ ਵੀ ਤੁਹਾਡੇ ਯੋਗ ਸਾਧਨ ਕਰਨ ਦਾ ਕੀ ਫਾਇਦਾ ਜੇ ਤੁਸੀਂ ਵਾਹਿਗੁਰੂ ਦੇ ਨਾਲ ਤੁਸੀਂ ਸੰਬੰਧ ਨਾ ਜੋੜ ਸਕੇ, ਉਹਦੇ ਨਾਲ ਮਿਲਾਪ ਨਾ ਕਰ ਸਕੇ। ਜੇ ਯੋਗ ਸਾਧਨ ਕਰਕੇ ਤੁਸੀਂ ਮੁੜ ਕੇ ਜਨਮਾਂ ਦੇ ਵਿੱਚ ਹੀ ਪੈਣਾ ਸੀ ਤੇ ਜਨਮ ਮਰਨ ਦੇ ਵਿੱਚ ਹੀ ਰਹਿਣਾ ਸੀ, ਫਿਰ ਤੁਹਾਨੂੰ ਇਹ ਕੁਛ ਕਰਨ ਦੀ ਲੋੜ ਹੀ ਕੀ ਪਈ ਸੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਇਹ ਜਿਹੜੇ ਯੋਗੀਆਂ ਤੇ ਸਿੱਧਾਂ ਦੇ ਆਸਣ ਵੀ ਲਾਉਣੇ ਸਿੱਖ ਲਏ ਨੇ ਤੇ ਉਮਰ ਵੀ ਲੰਬੀ ਕਰ ਲਈ, ਪਰ ਮੁੜ ਕੇ ਫਿਰ ਜਨਮ ਲੈਣਾ ਪਿਆ। ਭਾਵ ਆਪਣੀ ਇੱਛਾ ਅਨੁਸਾਰ ਸਰੀਰ ਛੱਡ ਕੇ ਯੋਗੀ ਫਿਰ ਜਨਮ ਲੈਂਦੇ, ਤੇ ਫਿਰ ਉਹ ਆਪਣੀ ਪੂਜਾ ਪ੍ਰਤਿਸ਼ਠਾ ਦੇ ਮੋਹ ਜਾਲ ਦੇ ਵਿੱਚ ਹੀ ਫਸ ਜਾਂਦੇ, ਵਾਹਿਗੁਰੂ ਦੇ ਨਾਲ ਸੰਬੰਧ ਗ੍ਰਹਿਣ ਨਾ ਕਰ ਸਕੇ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਕਈ ਲੋਕ ਇਹ ਕਹਿੰਦੇ ਨੇ ਵੀ ਇਹ ਜ਼ਿੰਦਗੀ ਬਾਰ ਨਹੀਂ ਮਿਲਦੀ, ਖਾਓ ਪੀਓ ਮੌਜਾਂ ਮਾਣੋ, ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਸਤਿਗੁਰੂ ਹੁਣ ਉਹਨਾਂ ਦੇ ਬਾਰੇ ਦੱਸਦੇ ਨੇ, ਰਾਜ ਲੀਲਾ ਰਾਜਨ ਕੀ ਰਚਨਾ, ਵੀ ਜਿਹੜੀ ਰਾਜਿਆਂ ਵਾਲੀ ਲੀਲਾ ਹੈ, ਰਾਜਿਆਂ ਵਾਲੀ ਮੌਜ ਹੈ, ਤੇ ਨਾਲ ਰਾਜਿਆਂ ਦੀ ਰਚਨਾ ਹੈ। ਕਿਉਂਕਿ ਰਾਜੇ ਕਈ ਤਰ੍ਹਾਂ ਦੀ ਲੀਲਾ ਕਰਦੇ ਨੇ ਤੇ ਨਾਲ ਕਈ ਤਰ੍ਹਾਂ ਦੀ ਰਚਨਾ ਵੀ ਰਚਦੇ ਨੇ। ਤੁਸੀਂ ਪੁਰਾਣੇ ਜਿਹੜੇ ਰਾਜੇ ਹੋਏ ਨੇ, ਤੁਸੀਂ ਉਹਨਾਂ ਦਾ ਜਾ ਕੇ ਕੋਈ ਪੁਰਾਣੀਆਂ ਰਿਆਸਤਾਂ ਦੇਖੋ, ਉੱਥੇ ਉਹਨਾਂ ਦੇ ਬੜੇ ਮਹਿਲ ਬਣਾਏ ਹੋਏ ਨੇ, ਕਿਧਰੇ ਜਲ ਮਹਿਲ ਨੇ, ਕਿਧਰੇ ਹਵਾ ਮਹਿਲ ਨੇ, ਤੇ ਕਿਧਰੇ ਕੁਛ। ਇਹ ਰਾਜੇ ਲੋਕਾਂ ਦੀ ਆਪਣੀ ਲੀਲਾ ਤੇ ਰਚਨਾ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਰਾਜਿਆਂ ਵਾਲੀ ਲੀਲਾ ਜਿਹੜੀ ਮੌਜ ਹੈ ਉਹ ਵੀ ਕਰਕੇ ਵੇਖ ਲਈ, ਰਾਜਿਆਂ ਵਾਲੀ ਰਚਨਾ ਵੀ ਕਰਕੇ ਵੇਖ ਲਈ, ਕਰਿਆ ਹੁਕਮ ਅਫਾਰਾ, ਤੇ ਆਪਣਾ ਅਫਾਰਾ ਦਾ ਅਰਥ ਹੈ ਅਮੋੜ ਹੁਕਮ ਵੀ ਕਰਕੇ ਦੇਖ ਲਿਆ, ਵੀ ਐਸਾ ਹੁਕਮ ਜਿਸ ਨੂੰ ਕੋਈ ਮੋੜ ਨਾ ਸਕੇ।
ਕਿਉਂਕਿ ਇਹ ਤੇ ਅਕਸਰ ਤੁਸੀਂ ਵੇਖਦੇ ਹੀ ਹੋ, ਹਰ ਮੁਲਕ ਦੇ ਆਪੋ ਆਪਣੇ ਕਾਨੂੰਨ ਹੁੰਦੇ ਨੇ ਤੇ ਫਿਰ ਉਹਨਾਂ ਦੇ ਵਿੱਚ ਸਾਰਿਆਂ ਨੂੰ ਚੱਲਣਾ ਪੈਂਦਾ ਹੈ। ਜੇ ਕੋਈ ਉਹਨਾਂ ਕਾਨੂੰਨਾਂ ਦੀ ਉਲੰਘਣਾ ਕਰੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਬਈ ਇਸ ਤਰ੍ਹਾਂ ਕਰਿਆ ਹੁਕਮ ਆਫਾਰਾ, ਸਤਿਗੁਰੂ ਕਹਿੰਦੇ ਨੇ ਆਮੋੜ ਹੁਕਮ ਕਰਕੇ ਵੀ ਦੇਖ ਲਿਆ। ਜਾਂ ਦੂਜਾ ਆਫਾਰਾ ਦਾ ਅਰਥ ਹੈ ਵੀ ਹੰਕਾਰ ਦੇ ਵਿੱਚ, ਕਰਿਆ ਹੁਕਮ ਆਫਾਰਾ ਵੀ ਹੰਕਾਰ ਦੇ ਵਿੱਚ ਰਾਜਾ ਬਣ ਕੇ ਤੇ ਆਪਣਾ ਹੁਕਮ ਵੀ ਚਲਾ ਕੇ ਵੇਖ ਲਿਆ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੇਜ ਸੋਹਣੀ, ਜਿਹੜੀ ਸੋਹਣੀ ਸੇਜਾ ਹੈ ਉਹ ਵੀ ਮਾਣ ਕੇ ਦੇਖ ਲਈ ਹੈ। ਚੰਦਨ ਚੋਆ, ਜੋ ਚੰਦਨ ਦਾ ਚੋਆ ਅਰਕ ਹੈ ਉਹ ਵੀ ਸਰੀਰ ਤੇ ਮਲ ਕੇ ਦੇਖ ਲਿਆ। ਆ ਕਈਆਂ ਨੂੰ ਸ਼ੌਕ ਹੈ ਸੈਂਟ, ਖੁਸ਼ਬੂਦਾਰ ਤੇਲ, ਕਰੀਮਾਂ ਲਾਉਣੀਆਂ, ਪਾਊਡਰ ਲਾਉਣੇ। ਸਤਿਗੁਰੂ ਕਹਿੰਦੇ ਨੇ ਇਹ ਵੀ ਇੱਕ ਐਸ਼ੋ ਇਸ਼ਰਤ ਦਾ ਹੀ ਸਮਾਨ ਹੈ। ਗੁਰਸਿੱਖਾਂ ਨੂੰ ਸਾਦਗੀ ਰੱਖਣੀ ਚਾਹੀਦੀ ਹੈ। ਸੇਜ ਸੋਹਣੀ ਚੰਦਨ ਚੋਆ, ਹਜ਼ੂਰ ਕਹਿੰਦੇ ਨੇ ਸੋਹਣੀ ਸੇਜਾ ਦਾ ਵੀ ਆਨੰਦ ਮਾਣ ਕੇ ਦੇਖ ਲਿਆ। ਚੰਦਨ ਦਾ ਅਰਕ, ਚੰਦਨ ਦਾ ਕੋਈ ਸੈਂਟ ਵੀ ਲਾ ਕੇ ਵੇਖ ਲਿਆ। ਨਰਕ ਘੋਰ ਕਾ ਦੁਆਰਾ, ਪਰ ਇਹ ਸਾਰੀਆਂ ਚੀਜ਼ਾਂ ਭਿਆਨਕ ਨਰਕ ਦਾ ਦਰਵਾਜ਼ਾ ਨੇ। ਜਿਹੜਾ ਮਨੁੱਖ ਐਸ਼ੋ ਇਸ਼ਰਤ ਵਿੱਚ ਪੈ ਜਾਂਦਾ ਹੈ, ਵਿਸ਼ੇ ਵਿਕਾਰਾਂ ਦੇ ਸੁੱਖ ਭੋਗਣ ਦੇ ਵਿੱਚ ਖਚਿਤ ਹੋਇਆ ਰਹਿੰਦਾ ਹੈ ਤੇ ਆਖਿਰ ਉਸ ਨੂੰ ਨਰਕਾਂ ਦੇ ਵਿੱਚ ਹੀ ਜਾ ਕੇ ਪੈਣਾ ਪੈਂਦਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਉਹਨਾਂ ਗੁਰਸਿੱਖਾਂ ਨੇ, ਜਗਿਆਸੂਆਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਆਪ ਜੀ ਕਿਰਪਾ ਕਰਕੇ ਦੱਸੋ ਉਹ ਕਿਹੜਾ ਸਾਧਨ ਹੈ ਗੁਰਮਤਿ ਦਾ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਹਜ਼ੂਰ ਕਹਿੰਦੇ ਉਹ ਸਾਧਨ ਹੈ ਹਰ ਕੀਰਤ ਸਾਧ ਸੰਗਤ ਹੈ। ਵੀ ਸਾਧ ਸੰਗਤ ਦੇ ਵਿੱਚ ਬੈਠ ਕੇ ਵਾਹਿਗੁਰੂ ਦੀ ਕੀਰਤਨ ਭਗਤੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਿਰ ਕਰਮਨ ਕੈ ਕਰਮਾ, ਇਹ ਜਿਹੜੀ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਨਾ, ਇਹ ਸਾਰੇ ਕਰਮਾਂ ਦੇ ਵਿੱਚੋਂ ਸ਼੍ਰੋਮਣੀ ਕਰਮ ਹੈ। ਸਾਰੇ ਸਾਧਨਾਂ ਵਿੱਚੋਂ ਇਹ ਸ਼੍ਰੋਮਣੀ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਹੀ ਦੱਸਦੇ ਨੇ ਵੀ ਇਹ ਜਿਹੜੀ ਕੀਰਤਨ ਭਗਤੀ ਦੀ ਦਾਤ ਹੈ ਉਸੇ ਨੂੰ ਪ੍ਰਾਪਤ ਹੋਈ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਜਿਸ ਦੇ ਮੱਥੇ ਤੇ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੋਇਆ ਸੀ ਤੇ ਲਹਿਣਾ ਜਿਸਨੇ ਇਸ ਦਾਤ ਨੂੰ ਪ੍ਰਾਪਤ ਕਰਨਾ ਸੀ ਉਸੇ ਨੂੰ ਇਹ ਦਾਤ ਮਿਲੀ ਹੈ। ਭਾਵ ਚੰਗੇ ਭਾਗਾਂ ਤੋਂ ਬਿਨਾਂ, ਚੰਗੀ ਕਿਸਮਤ ਤੋਂ ਬਿਨਾਂ, ਚੰਗੇ ਨਸੀਬਾਂ ਤੋਂ ਬਿਨਾਂ ਇਹ ਸਾਧ ਸੰਗਤ ਤੇ ਕੀਰਤਨ ਭਗਤੀ ਦੀ ਦਾਤ ਵੀ ਨਹੀਂ ਮਿਲ ਸਕਦੀ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਖੀਰ ਤੇ ਦੂਸਰਾ ਰਹਾਉ ਲਿਖ ਕੇ ਤੇ ਇਸ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ। ਉਹ ਕਿਹੜਾ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ? ਉਹ ਹੈ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਜਸ ਕਰਨਾ, ਕੀਰਤਨ ਕਰਨਾ, ਕਥਾ ਕਰਨੀ। ਤੇਰੋ ਸੇਵਕ ਇਹ ਰੰਗ ਮਾਤਾ, ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਪਿਆਰੇ ਪ੍ਰਭੂ ਤੇਰਾ ਸੇਵਕ ਹੁਣ ਇਸ ਕੀਰਤਨ ਦੇ ਰੰਗ ਵਿੱਚ ਮਸਤ ਹੋਇਆ ਰਹਿੰਦਾ, ਕਿਉਂਕਿ ਕੀਰਤਨ ਦੇ ਵਿੱਚ ਵੀ ਇੱਕ ਸਰੂਰ ਹੈ। ਜਦੋਂ ਕੋਈ ਸ਼ਰਧਾ ਭਾਵਨਾ ਪਿਆਰ ਦੇ ਨਾਲ ਕੋਈ ਰਾਗੀ ਸੰਗ ਕੀਰਤਨ ਕਰਦਾ ਹੈ ਤੇ ਸੰਗਤਾਂ ਝੂਮਦੀਆਂ ਨੇ ਮਸਤੀ ਵਿੱਚ। ਇਸ ਲਈ ਕੀਰਤਨ ਦੇ ਵਿੱਚ ਵੀ ਇੱਕ ਮਸਤੀ ਹੈ, ਕੀਰਤਨ ਦੇ ਵਿੱਚ ਵੀ ਇੱਕ ਸਰੂਰ ਹੈ। ਤੇਰੋ ਸੇਵਕ ਇਹ ਰੰਗ ਮਾਤਾ, ਇਹ ਤੇਰਾ ਸੇਵਕ ਕੀਰਤਨ ਦੇ ਰੰਗ ਦੇ ਵਿੱਚ, ਕੀਰਤਨ ਦੀ ਮਸਤੀ ਵਿੱਚ, ਕੀਰਤਨ ਦੇ ਉਸ ਸਰੂਰ ਦੇ ਵਿੱਚ ਮਸਤ ਹੋਇਆ ਰਹਿੰਦਾ ਹੈ। ਭਇਓ ਕਿਰਪਾਲ ਦੀਨ ਦੁਖ ਭੰਜਨ, ਦੀਨਾਂ ਦੇ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਮਿਹਰਬਾਨ ਹੋਇਆ। ਹਰ ਹਰ ਕੀਰਤਨ ਇਹੋ ਮਨ ਰਾਤਾ, ਉਹਦੀ ਹੀ ਕਿਰਪਾ ਦੇ ਨਾਲ ਇਹ ਮੇਰਾ ਮਨ ਵਾਹਿਗੁਰੂ ਦੇ ਕੀਰਤਨ ਦੇ ਰੰਗ ਵਿੱਚ ਰੰਗਿਆ ਗਿਆ। ਬਸ ਆਹੀ ਇੱਕ ਮੁੱਖ ਸਾਧਨ ਹੈ। ਜਦੋਂ ਕਿਸੇ
ਦਾ ਮਨ ਕੀਰਤਨ ਦੇ ਰੰਗ ਵਿੱਚ ਰੰਗਿਆ ਜਾਵੇ, ਚਾਹੇ ਕਰਨ ਵਾਲੇ ਦਾ ਤੇ ਚਾਹੇ ਸੁਣਨ ਵਾਲੇ ਦਾ, ਤੇ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਜੇ ਕੀਰਤਨ ਕਰਦਿਆਂ ਹੋਇਆਂ ਮਨ ਕੀਰਤਨ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ, ਫਿਰ ਗੱਲ ਨਹੀਂ ਬਣਦੀ। ਕੀਰਤਨ ਕਰਨਾ ਹੋਰ ਚੀਜ਼ ਹੈ, ਪਰ ਕੀਰਤਨ ਦੇ ਰੰਗ ਵਿੱਚ ਰੰਗੇ ਜਾਣਾ ਬਿਲਕੁਲ ਵੱਖਰੀ ਗੱਲ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹਰ ਹਰ ਕੀਰਤਨ ਇਹੋ ਮਨ ਰਤਾ। ਜਿਨ੍ਹਾਂ ਉੱਤੇ ਵਾਹਿਗੁਰੂ ਪ੍ਰਸੰਨ ਹੋਇਆ ਤੇ ਫਿਰ ਉਹਨਾਂ ਦਾ ਮਨ ਵਾਹਿਗੁਰੂ ਦੇ ਕੀਰਤਨ ਦੇ ਰੰਗ ਵਿੱਚ ਰੰਗਿਆ ਜਾਂਦਾ ਤੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਕਿਸੇ ਸਿਆਣੇ ਮਹਾਂਪੁਰਖ ਨੇ ਇਹ ਵੀ ਵਿਚਾਰ ਪ੍ਰਗਟ ਕੀਤੇ ਨੇ ਵੀ ਕਹਿੰਦੇ ਨੇ, ਜੇ ਪਰਮੇਸ਼ਰ ਨੂੰ ਮਿਲਣਾ ਹੋਵੇ ਤਾਂ ਉਹਦੇ ਲਈ 2 ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਉਹ 2 ਸ਼ਰਤਾਂ ਕਿਹੜੀਆਂ ਨੇ? ਇੱਕ ਤਾਂ ਹੈ ਮਨ ਦੀ ਇਕਾਗਰਤਾ, ਦੂਸਰੀ ਹੈ ਮਨ ਦੀ ਨਿਰਮਲਤਾ। ਜਦੋਂ ਕਿਸੇ ਦਾ ਮਨ ਸ਼ਾਂਤ ਹੋ ਜਾਵੇ ਤੇ ਹਿਰਦਾ ਸਾਫ਼ ਹੋ ਜਾਵੇ, ਉਹਨੂੰ ਪਰਮੇਸ਼ਰ ਮਿਲ ਜਾਂਦਾ। ਹੁਣ ਜਿੰਨੇ ਵੀ ਸੇਵਾ ਭਗਤੀ ਸਾਧਨ ਪਿੱਛੇ ਦਰਸਾਏ ਗਏ ਨੇ, ਉਹਨਾਂ ਦਾ ਅਸਲੀ ਮਕਸਦ ਇਹ ਹੈ ਵੀ ਸਾਡਾ ਮਨ ਸ਼ਾਂਤ ਹੋ ਜਾਵੇ ਤੇ ਸਾਡਾ ਹਿਰਦਾ ਸਾਫ਼ ਹੋ ਜਾਵੇ। ਤੇ ਜੇ ਮਨ ਸ਼ਾਂਤ ਨਹੀਂ ਹੋਇਆ ਤੇ ਹਿਰਦਾ ਸਾਫ਼ ਨਹੀਂ ਹੋਇਆ ਤੇ ਫਿਰ ਇਹ ਸਾਧਨ ਕਰਨ ਦਾ ਕੋਈ ਖਾਸ ਲਾਭ ਨਹੀਂ ਹੈ, ਕੇਵਲ ਦਿਖਾਵਾ ਹੈ, ਕੇਵਲ ਪਖੰਡ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਚਨ ਆਖੇ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਵੀ ਵਾਹਿਗੁਰੂ ਦੀ ਕੀਰਤਨ ਭਗਤੀ ਸਾਧ ਸੰਗਤ ਵਿੱਚ ਬੈਠ ਕੇ ਕਰਨੀ, ਇਹ ਸਾਰੇ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਜਿਵੇਂ ਕਿਸੇ ਸਰੋਵਰ ਦਾ ਪਾਣੀ ਸਾਫ਼ ਵੀ ਹੋਵੇ ਤੇ ਸ਼ਾਂਤ ਵੀ ਹੋਵੇ, ਨਿਰਮਲ ਵੀ ਹੋਵੇ ਤੇ ਟਿਕਾਊ ਵਿੱਚ ਵੀ ਹੋਵੇ, ਉਹਦੇ ਵਿੱਚ ਆਪਣੇ ਚਿਹਰੇ ਨੂੰ ਬੜਾ ਸਾਫ਼ ਦਿਖਿਆ ਜਾ ਸਕਦਾ ਹੈ। ਸਾਫ਼ ਤੇ ਟਿਕੇ ਪਾਣੀ ਦੇ ਵਿੱਚ ਸੂਰਜ ਦਾ ਪ੍ਰਤਿਬਿੰਬ ਵੀ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜਾ ਸਕਦਾ ਹੈ। ਕਿਸੇ ਵੀ ਵਸਤੂ ਦੇ ਪ੍ਰਤਿਬਿੰਬ ਨੂੰ ਦੇਖਿਆ ਜਾ ਸਕਦਾ ਹੈ। ਪਰ ਜੇ ਪਾਣੀ ਸਾਫ਼ ਨਹੀਂ ਤੇ ਪਾਣੀ ਸ਼ਾਂਤ ਨਹੀਂ, ਫਿਰ ਗੱਲ ਨਹੀਂ ਬਣਦੀ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਕਿਸੇ ਮਨੁੱਖ ਦਾ ਹਿਰਦਾ ਸਾਧਨ ਕਰਦਿਆਂ, ਬਾਣੀ ਪੜ੍ਹਦਿਆਂ ਮਨ ਸਾਫ਼ ਨਹੀਂ ਹੋਇਆ ਤੇ ਮਨ ਸ਼ਾਂਤ ਨਹੀਂ ਹੋਇਆ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋ ਸਕਦੀ, ਚਾਹੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ। ਅਸੀਂ ਹੁਣ ਗਿਣਤੀਆਂ ਮਿਣਤੀਆਂ ਵਿੱਚ ਪੈ ਗਏ ਹਾਂ ਵੀ ਅਸੀਂ ਇੰਨੇ ਪਾਠ ਕਰ ਲਏ ਨੇ, ਇੰਨੀ ਮਾਲਾ ਫੇਰ ਲਈ ਹੈ, ਇੰਨੇ ਤੀਰਥਾਂ ਦੇ ਇਸ਼ਨਾਨ ਕਰ ਲਏ ਨੇ, ਇੰਨਾ ਅਸੀਂ ਆਹ ਕਰ ਲਿਆ, ਇੰਨਾ ਆਹ ਕਰ ਲਿਆ। ਪਰ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਪੈ ਕੇ ਕੁਛ ਨਹੀਂ ਬਣਦਾ। ਗੱਲ ਤਾਂ ਇਹ ਹੈ ਵੀ ਜਦੋਂ ਮਨ ਸ਼ਾਂਤ ਤੇ ਸਾਫ਼ ਹੋਵੇਗਾ, ਗੱਲ ਤਾਂ ਉਦੋਂ ਹੋਣੀ ਹੈ। ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਕੀਰਤਨ ਦੀ ਦਾਤ, ਐਸੀ ਇੱਕ ਵਡਮੁੱਲੀ ਦਾਤ ਬਖਸ਼ਿਸ਼ ਕੀਤੀ ਹੈ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਕੀਰਤਨ ਦੇ ਵਿੱਚ 2 ਚੀਜ਼ਾਂ ਦਾ ਸੁਮੇਲ ਹੈ, ਇੱਕ ਹੈ ਸੰਗੀਤ ਦੀ ਧੁਨ ਤੇ ਦੂਸਰਾ ਹੈ ਗੁਰਬਾਣੀ ਸ਼ਬਦ ਦੀ ਧੁਨ। ਇਹ 2 ਧੁਨਾਂ ਦਾ ਸੁਮੇਲ ਕੀਰਤਨ ਹੁੰਦਾ। ਇੱਕ ਸੰਗੀਤ ਦੀ ਧੁਨ ਤੇ ਦੂਸਰਾ ਹੈ ਸ਼ਬਦ ਬਾਣੀ ਦੀ ਧੁਨ। ਜਦੋਂ ਇਹ ਦੋਵੇਂ ਰਲਦੀਆਂ ਨੇ, ਇਹ ਸਾਡੇ ਮਨ ਨੂੰ ਬਹੁਤ ਛੇਤੀ ਸ਼ਾਂਤ ਤੇ ਹਿਰਦੇ ਨੂੰ ਸਾਫ਼ ਕਰ ਦਿੰਦੀਆਂ ਨੇ, ਕਿਉਂਕਿ ਇਹ ਸੰਗੀਤ ਦੀ ਧੁਨ ਸਾਡੇ ਖਿੰਡੀ ਸੁਰਤ ਨੂੰ ਕੇਂਦਰਿਤ ਕਰਦੀ ਹੈ। ਇਹ ਸਾਡੇ ਮਨ ਨੂੰ ਟਿਕਾਓ ਵਿੱਚ ਲੈ ਆਉਂਦੀ ਹੈ। ਤੇ ਜਦੋਂ ਨਾਲ ਸ਼ਬਦ ਦਾ, ਬਾਣੀ ਦਾ ਪ੍ਰਭਾਵ ਪੈਂਦਾ ਹੈ, ਉਹਦੇ ਨਾਲ ਸਾਡੇ ਮਨ ਦੇ ਪਾਪ ਤੇ ਮਨ ਦੀ ਮੈਲ ਵੀ ਧੋਤੀ ਜਾਂਦੀ ਹੈ। ਸੰਗੀਤ ਦੀ ਧੁਨ ਸਾਡੀ ਬਿਰਤੀ ਨੂੰ, ਸਾਡੇ ਮਨ ਨੂੰ, ਸਾਡੇ ਅੰਤःਕਰਨ ਨੂੰ ਇਕਾਗਰਤਾ ਪ੍ਰਦਾਨ ਕਰਦੀ ਹੈ। ਗੁਰਬਾਣੀ ਦੀ ਸ਼ਬਦ ਦੀ ਧੁਨ ਸਾਡੇ ਹਿਰਦੇ ਨੂੰ ਪਵਿੱਤਰ ਕਰ ਦਿੰਦੀ ਹੈ। ਬਸ ਇਸੇ ਲਈ ਇਸ ਨੂੰ ਪ੍ਰਧਾਨ ਸਾਧਨ ਗੁਰੂ ਮਹਾਰਾਜ ਨੇ ਲਿਖਿਆ ਹੈ। ਇਸ ਤੋਂ ਬਿਨਾਂ ਹੋਰ ਕੋਈ ਦੂਜਾ ਸਾਧਨ ਨਹੀਂ ਜਿਹਦੇ ਨਾਲ ਸਾਡਾ ਮਨ ਟਿਕ ਵੀ ਜਾਵੇ ਤੇ ਮਨ ਨਿਰਮਲ ਵੀ ਹੋ ਜਾਵੇ। ਠੀਕ ਹੈ, ਹੋਰ ਸਾਧਨ ਨੇ, ਜਿਵੇਂ ਤੀਰਥਾਂ ਦੇ ਇਸ਼ਨਾਨ ਦੇ ਨਾਲ ਤਨ ਪਵਿੱਤਰ ਹੋ ਸਕਦਾ ਹੈ, ਪਰ ਮਨ ਨਹੀਂ ਪਵਿੱਤਰ ਹੁੰਦਾ। ਤਪ ਕਰਕੇ, ਯੋਗ ਸਾਧਨ ਕਰਕੇ ਤੁਸੀਂ ਮਨ ਨੂੰ ਕੁਝ ਸਮੇਂ ਲਈ ਟਿਕਾ ਜ਼ਰੂਰ ਸਕਦੇ ਹੋ, ਪਰ ਮਨ ਨਿਰਮਲ ਫਿਰ ਵੀ ਨਹੀਂ ਹੁੰਦਾ। ਸਾਰੀਆਂ ਗੱਲਾਂ ਕਿਸੇ ਹੋਰ ਸਾਧਨ ਦੇ ਨਾਲ ਨਹੀਂ ਹੁੰਦੀਆਂ। ਪਰ ਗੁਰਮਤਿ ਦਾ ਸਾਧਨ ਕੇਵਲ ਕੀਰਤਨ ਹੀ ਪ੍ਰਧਾਨ ਸਾਧਨ ਹੈ, ਜਿਸ ਦੇ ਨਾਲ ਇੱਕੋ ਸਮੇਂ ਮਨ ਸ਼ਾਂਤ ਵੀ ਹੋ ਜਾਂਦਾ ਹੈ ਤੇ ਹਿਰਦਾ ਵੀ ਸਾਫ਼ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹੀ ਸਭ ਤੋਂ ਪ੍ਰਧਾਨ ਸਾਧਨ ਹੈ।
ਪਰ ਇਸ ਕੀਰਤਨ ਦੇ ਰੰਗ ਵਿੱਚ ਮਨ ਉਸੇ ਦਾ ਹੀ ਰੰਗਿਆ ਜਾਂਦਾ ਹੈ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਇਹ ਦੂਸਰਾ ਰਹਾਉ ਉਚਾਰਨ ਕਰਕੇ ਗੁਰੂ ਮਹਾਰਾਜ ਨੇ ਅੱਗੇ ਇਹ ਕੀਰਤਨ ਦੀ ਮਹਾਨਤਾ ਸਾਨੂੰ ਸਮਝਾ ਦਿੱਤੀ ਹੈ। ਰਾਗ ਸੋਰਠ ਵਾਰ ਮਹੱਲੇ ਚੌਥੇ ਕੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਸੋਰਠ ਸਦਾ ਸੁਹਾਵਣੀ, ਜੇ ਸੱਚਾ ਮਨ ਹੋਏ। ਲਓ ਹੁਣ ਅੱਗੇ ਰਾਗ ਸੋਰਠ ਦੀ ਵਾਰ ਸ਼ੁਰੂ ਹੋ ਰਹੀ ਹੈ, ਕਿਉਂਕਿ ਗੁਰੂ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਲਿਖੀਆਂ ਨੇ। ਉਹਨਾਂ 22 ਵਾਰਾਂ ਦੇ ਵਿੱਚੋਂ ਇੱਕ ਇਹ ਵੀ ਵਾਰ ਹੈ। ਕੁਝ ਵਾਰਾਂ ਤੇ ਗੁਰੂ ਮਹਾਰਾਜ ਨੇ ਵੱਖਰੀਆਂ ਧੁਨਾਂ ਵੀ ਚੜਾਈਆਂ ਨੇ, ਉਹਨਾਂ ਦੀ ਗਿਣਤੀ 9 ਮੰਨੀ ਗਈ ਹੈ, ਪਰ ਇਸ ਵਾਰ ਤੇ ਕੋਈ ਧੁਨ ਨਹੀਂ ਹੈ। ਇਸੇ ਲਈ ਇਹ ਰਾਗ ਸੋਰਠ ਵਿੱਚ ਚੌਥੇ ਮਹੱਲੇ ਦੀ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਇਹ ਵਾਰ ਲਿਖੀ ਹੋਈ ਹੈ, ਤੇ ਜਿਹੜੇ ਸ਼ਲੋਕ ਨੇ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਏ। ਪਹਿਲੇ ਵਾਰ ਕੇਵਲ ਪੌੜੀਆਂ ਦੇ ਵਿੱਚ ਹੀ ਹੁੰਦੀ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪੌੜੀਆਂ ਦੇ ਨਾਲ ਸ਼ਲੋਕ ਵੀ ਲਿਖਵਾ ਕੇ ਤੇ ਇਹ ਇਹਨਾਂ ਨੂੰ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਸ਼ਲੋਕ ਹੈ ਤੇ ਫਿਰ ਅੱਗੇ ਚੌਥੇ ਪਾਤਸ਼ਾਹ ਦਾ ਆਵੇਗਾ ਤੇ ਪੌੜੀ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਆਵੇਗੀ। ਲਓ ਸੰਗਤਾਂ ਪ੍ਰੇਮ ਦੇ ਨਾਲ ਵਾਰ ਦੀ ਕਥਾ ਸਰਵਣ ਕਰੋ। ਸੋਰਠ ਸਦਾ ਸੁਹਾਵਣੀ। ਹਜ਼ੂਰ ਕਹਿੰਦੇ ਨੇ ਸੋਰਠ ਰਾਗਣੀ ਗਾਈ ਹੋਈ ਹਮੇਸ਼ਾ ਲਈ ਤਾਂ ਸੁਹਾਵਣੀ ਹੋ ਸਕਦੀ ਹੈ ਜੇ ਸੱਚਾ ਮਨ ਹੋਏ, ਜੇ ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਸੱਚਾ ਨਾਮ ਤੇ ਸੱਚਾ ਪ੍ਰੇਮ ਪੈਦਾ ਹੋ ਜਾਵੇ। ਕਿਉਂਕਿ ਰਾਗ ਦਾ ਅਰਥ ਹੈ ਪ੍ਰੇਮ। ਜੇ ਕੀਰਤਨ ਸੁਣਦਿਆਂ ਪ੍ਰੇਮ ਨਹੀਂ ਪੈਦਾ ਹੋਇਆ ਫਿਰ ਉਸ ਰਾਗ ਦੀ ਵੀ ਕੋਈ ਖਾਸ ਮਹੱਤਤਾ ਨਹੀਂ ਰਹਿ ਜਾਂਦੀ। ਇਸੇ ਲਈ ਹਜ਼ੂਰ ਕਹਿੰਦੇ ਸੋਰਠ ਰਾਗਣੀ ਗਾਈ ਹਮੇਸ਼ਾ ਲਈ ਤਾਂ ਸੁਹਾਵਣੀ ਹੈ ਵੀ ਜੇ ਸਾਡੇ ਮਨ ਦੇ ਵਿੱਚ ਸੱਚਾ ਪ੍ਰੇਮ ਤੇ ਸੱਚਾ ਨਾਮ ਵਸ ਜਾਵੇ। ਦੰਦੀ ਮੈਲ ਨਾ ਕਤ ਮਨ, ਜੀਵੈ ਸੱਚਾ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀਭੈ ਸੱਚਾ ਸੋਏ। ਜਿਸ ਦੀ ਜੀਭੈ ਜੀਵ ਤੇ, ਜਿਹਦੀ ਰਸਨਾ ਤੇ ਉਸ ਵਾਹਿਗੁਰੂ ਦਾ ਸੱਚਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸੱਚਾ ਨਾਮ ਟਿਕਿਆ ਹੋਵੇ, ਦੰਦੀ ਮੈਲ ਨਾ ਕਤ ਮਨ, ਫਿਰ ਉਹਦੇ ਦੰਦਾਂ ਤੇ ਕਦੇ ਵੀ ਮੈਲ ਨਹੀਂ ਲੱਗਦੀ ਤੇ ਨਾ ਹੀ ਉਹਦੇ ਮਨ ਦੇ ਵਿੱਚ, ਕਤ ਦਾ ਅਰਥ ਹੈ ਕਤਰਾ ਮਾਤਰ, ਮੈਲ ਲੱਗਦੀ ਹੈ। ਜਿਸ ਦੀ ਰਸਨਾ ਤੇ ਉਸ ਵਾਹਿਗੁਰੂ ਦਾ ਸੱਚਾ ਨਾਮ ਵਸ ਜਾਵੇ, ਨਾ ਉਸ ਦੇ ਦੰਦਾਂ ਨੂੰ ਝੂਠ ਦੀ ਮੈਲ ਲੱਗਦੀ ਹੈ ਤੇ ਨਾ ਹੀ ਉਹਦੇ ਮਨ ਦੇ ਵਿੱਚ ਕਦੇ ਕੋਈ ਵਿਕਾਰਾਂ ਦੀ ਤੇ ਹੋਰ ਮੋਹ ਮਾਇਆ ਦੀ ਕਿਤੇ ਮੈਲ ਲੱਗਦੀ ਹੈ। ਤੇ ਕੁਝ ਵਿਦਵਾਨਾਂ ਨੇ ਜਿਹੜਾ ਕਤ ਸ਼ਬਦ ਹੈ ਨਾ, ਇਹਦਾ ਅਰਥ ਇਉਂ ਵੀ ਕੀਤਾ ਹੈ ਦੰਦੀ ਮੈਲ ਨਾ ਕਤ ਮਨ, ਵੀ ਉਸ ਦੇ ਦੰਦਾਂ ਦੇ ਉੱਤੇ ਕਤ ਮਨ ਦਾ ਅਰਥ ਹੈ ਵੀ ਕਤਰਾ ਮਾਤਰ ਵੀ ਮੈਲ ਨਹੀਂ ਲੱਗਦੀ। ਕਤ ਦਾ ਅਰਥ ਵੀ ਕਤਰਾ ਮਾਤਰ। ਦੰਦੀ ਮੈਲ ਨਾ ਕਤ ਮਨ, ਜੀਭੈ ਸੱਚਾ ਸੋਏ। ਅਰਥ ਵਾਸਤੇ ਤੁਸੀਂ ਦੰਦੀ ਮੈਲ ਨਾ ਕਤ ਇੱਥੇ ਵਿਸਰਾਮ ਲਾ ਦਿਓ। ਮਨ ਜੀਭੈ ਸੱਚਾ ਸੋਏ, ਜਿਹਦੀ ਰਸਨਾ ਤੇ ਵੀ ਸੱਚਾ ਨਾਮ ਹੈ, ਜਿਹਦੇ ਮਨ ਦੇ ਵਿੱਚ ਵੀ ਸੱਚਾ ਨਾਮ ਵਸ ਗਿਆ। ਦੰਦੀ ਮੈਲ ਨਾ ਕਤ, ਫਿਰ ਕਤਰਾ ਮਾਤਰ ਵੀ ਉਹਦੇ ਦੰਦਾਂ ਤੇ ਝੂਠ ਦੀ ਤੇ ਜੂਠ ਦੀ ਮੈਲ ਨਹੀਂ ਲੱਗਦੀ। ਉਹਦਾ ਮੁਖ ਪਵਿੱਤਰ ਹੋ ਜਾਂਦਾ, ਉਹਦੀ ਰਸਨਾ ਵੀ ਪਵਿੱਤਰ ਹੋ ਜਾਂਦੀ ਨਾਮ ਜਪ ਕੇ। ਤੇ ਤੀਸਰਾ ਅਰਥ ਇਉਂ ਵੀ ਕੀਤਾ ਹੈ ਦੰਦੀ ਮੈਲ ਨਾ ਕਤ ਮਨ। ਕਤ ਦਾ ਅਰਥ ਕੀਤਾ ਹੈ ਕੁਝ ਵਿਦਵਾਨਾਂ ਨੇ ਕਾਂਤ, ਕਾਂਤ ਸ਼ਬਦ ਬਣ ਕੇ, ਸੱਚ ਕੀ ਕਾਤੀ। ਕਾਂਤ ਕਹਿੰਦੇ ਨੇ ਛੁਰੀ ਨੂੰ ਜਾਂ ਕੈਂਚੀ ਨੂੰ। ਦੰਦੀ ਮੈਲ ਨਾ ਕਤ ਮਨ, ਨਾ ਉਸਦੇ ਦੰਦਾਂ ਤੇ ਝੂਠ ਦੀ ਮੈਲ ਹੀ ਲੱਗਦੀ ਹੈ ਤੇ ਨਾ ਹੀ ਉਹਦੇ ਮਨ ਦੇ ਵਿੱਚ ਈਰਖਾ ਦੀ। ਕਤ ਦਾ ਅਰਥ ਹੈ ਕਾਂਤ, ਛੁਰੀ ਹੁੰਦੀ ਹੈ।
ਜਿਵੇਂ ਆਮ ਕਹਿ ਦਿੰਦੇ ਆ ਵੀ ਮੁਖ ਮੇ ਰਾਮ ਰਾਮ ਬਗਲ ਮੇ ਛੁਰੀ, ਉਸ ਭਾਵ ਨੂੰ ਲੈ ਕੇ ਵੀ ਅਰਥ ਕੀਤਾ। ਦੰਦੀ ਮੈਲ ਨਾ ਕਤ ਮਨ, ਨਾ ਉਸਦੇ ਦੰਦਾਂ ਦੇ ਉੱਤੇ ਕੋਈ ਝੂਠ ਦੀ ਮੈਲ ਲੱਗਦੀ ਹੈ, ਤੇ ਨਾ ਹੀ ਉਹਦੇ ਮਨ ਦੇ ਵਿੱਚ ਕੋਈ ਈਰਖਾ ਦੀ ਕਾਂਤ ਕੈਂਚੀ ਹੁੰਦੀ ਹੈ। ਕਿਉਂ? ਜੀਭੈ ਸੱਚਾ ਸੋ, ਉਸਦੀ ਰਸਨਾ ਤੇ ਸੱਚਾ ਨਾਮ ਹੁੰਦਾ ਹੈ, ਇਸੇ ਲਈ ਉਹਦਾ ਮੁਖ ਵੀ ਤੇ ਉਹਦਾ ਹਿਰਦਾ ਵੀ ਵੈਰ ਤੋਂ ਰਹਿਤ, ਈਰਖਾ ਭਾਵ ਤੋਂ ਰਹਿਤ ਪਵਿੱਤਰ ਹੋ ਜਾਂਦਾ ਹੈ। ਸਸੁਰੈ ਪਈਐ ਪੈ ਵਸੀ, ਸਤਿਗੁਰ ਸੇਵ ਨਿਸੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋਰਠ ਦਾ ਦੂਜਾ ਅਰਥ ਬੁੱਧੀ ਵੀ ਕੀਤਾ। ਸੋਰਠ ਸਦਾ ਸੁਹਾਵਣੀ, ਸੋਰਠ ਦਾ ਅਰਥ ਹੈ ਬੁੱਧੀ। ਇਹ ਤਾਂ ਹੀ ਸੁਹਾਵਣੀ ਹੋ ਸਕਦੀ ਹੈ, ਇਹ ਬੁੱਧੀ ਹਮੇਸ਼ਾ ਲਈ ਤਾਂ ਸ਼ੋਭਾ ਵਾਲੀ ਹੋ ਸਕਦੀ ਜੇ ਇਸ ਦੇ ਮਨ ਦੇ ਵਿੱਚ ਸੱਚਾ ਨਾਮ ਵਸ ਜਾਵੇ। ਤੇ ਦੰਦੀ ਮੈਲ ਨਾ ਕਤ ਮਨ, ਜੀਭੈ ਸੱਚਾ ਸੋਏ, ਜੇ ਮਨ ਦੇ ਵਿੱਚ ਵੀ ਤੇ ਰਸਨਾ ਤੇ ਵੀ ਉਸ ਵਾਹਿਗੁਰੂ ਦਾ ਸੱਚਾ ਨਾਮ ਹੋਵੇ, ਦੰਦੀ ਮੈਲ ਨਾ ਕਤ, ਫਿਰ ਕਤਰਾ ਮਾਤਰ ਵੀ ਸਾਡੇ ਦੰਦਾਂ ਨੂੰ ਭਾਵ ਸਾਡੇ ਮੂੰਹ ਨੂੰ ਝੂਠ ਦੀ ਮੈਲ ਨਹੀਂ ਲੱਗ ਸਕਦੀ। ਸਸੁਰੈ ਪਈਐ ਪੈ ਵਸੀ, ਸਤਿਗੁਰ ਸੇਵ ਨਿਸੰਗ। ਧੰਨ ਗੁਰੂ ਅਰਜਨ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਜੀਵ ਰੂਪ ਇਸਤਰੀ ਜਿਹੜੀ ਸਤਿਗੁਰ ਸੇਵ ਨਿਸੰਗ, ਵੀ ਨਿਸੰਗ ਹੋ ਕੇ ਕੋਈ ਦੁਨੀਆ ਦੀ ਸੰਗ ਸ਼ਰਮ ਲੱਜਿਆ ਨੂੰ ਛੱਡ ਕੇ ਸਤਿਗੁਰੂ ਦੀ ਸੇਵਾ ਕਰੇ। ਸਸਰੈ ਪਈਐ ਪੈ ਵਸੀ, ਉਹ ਫਿਰ ਸਹੁਰੇ ਘਰ ਤੇ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਪਤੀ ਪਰਮੇਸ਼ਰ ਦੇ ਭੈ ਦੇ ਵਿੱਚ ਵਸਦੀ ਹੈ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਸਤਿਗੁਰੂ ਦੀ ਸੇਵਾ ਕਰਕੇ ਪ੍ਰਭੂ ਦਾ ਮਿਲਾਪ ਹੁੰਦਾ ਹੈ। ਇਸੇ ਲਈ ਸਤਿਗੁਰ ਸੇਵ ਨਿਸੰਗ, ਜਿਹੜੀ ਜੀਵ ਰੂਪ ਇਸਤਰੀ ਨਿਸੰਗ ਹੋ ਕੇ ਭਾਵ ਲੋਕ ਲੱਜਿਆ ਨੂੰ ਛੱਡ ਕੇ ਬੇਖੌਫ ਤੇ ਨਿਧੜਕ ਹੋ ਕੇ ਬੇਡਰ ਹੋ ਕੇ ਸਤਿਗੁਰੂ ਦੀ ਸੇਵਾ ਕਰੇ, ਫਿਰ ਉਹ ਪੇਕਾ ਕਰ ਕੀ ਆ ਮਾਤ ਲੋਕ, ਸਹੁਰਾ ਕਰ ਕੀ ਹੈ ਪਰਲੋਕ, ਵੀ ਫਿਰ ਇਹ ਦੋਵੇਂ ਲੋਕਾਂ ਦੇ ਵਿੱਚ ਹੀ ਵਾਹਿਗੁਰੂ ਦੇ ਨਿਰਮਲ ਭੈ ਦੇ ਵਿੱਚ ਵਸਦੀ ਹੈ। ਪਰ ਹਰ ਕੱਪੜ ਜੇ ਫਿਰ ਮਿਲੈ, ਖੁਸ਼ੀ ਰਾਵੈ ਫਿਰ ਸੰਗ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਜੀਵ ਰੂਪ ਇਸਤਰੀ ਨੂੰ ਕੱਪੜੇ ਲਾ ਕੇ ਕੱਪੜੇ ਤਿਆਗ ਕੇ ਪਤੀ ਪਰਮੇਸ਼ਰ ਮਿਲ ਜਾਵੇ ਤੇ ਇਹੋ ਜਿਹੇ ਕੱਪੜਿਆਂ ਨੂੰ ਲਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਖਵਾਦ ਦਾ ਖੰਡਨ ਕੀਤਾ। ਕਈ ਲੋਕ ਕਹਿੰਦੇ ਨੇ ਨਾ ਵੀ ਭੇਖ ਧਾਰਨ ਕਰਕੇ ਵੀ ਪਰਮੇਸ਼ਰ ਮਿਲ ਸਕਦਾ ਹੈ, ਪਰ ਸਤਿਗੁਰੂ ਕਹਿੰਦੇ ਨਹੀਂ, ਭੇਖ ਤੇ ਲਾਉਣਾ ਹੀ ਪਵੇਗਾ। ਪਰ ਹਰ ਕੱਪੜ ਜੇ ਫਿਰ ਮਿਲੇ, ਤੁਸੀਂ ਜਿਹੜਾ ਦਿਖਾਵੇ ਦਾ ਭੇਖ ਹੈ ਉਹਨੂੰ ਛੱਡ ਕੇ ਤੇ ਤੁਸੀਂ ਭੇਖ ਦੇ ਹੰਕਾਰ ਤੋਂ ਰਹਿਤ ਹੋ ਜਾਓ। ਤੇ ਜੇ ਇਸ ਤਰ੍ਹਾਂ ਵੀ ਤੁਹਾਨੂੰ ਪਰਮੇਸ਼ਰ ਮਿਲ ਜਾਵੇ ਤੇ ਆਪਣੇ ਵੱਡੇ ਭਾਗ ਸਮਝੋ। ਖੁਸ਼ੀ ਰਾਵੈ ਫਿਰ ਸੰਗ, ਫਿਰ ਉਹ ਜੀਵ ਰੂਪ ਇਸਤਰੀ ਜਿਹੜੀ ਆਪਣੇ ਭੇਖ ਨੂੰ ਲਾਹ ਦਿੰਦੀ ਹੈ, ਭੇਖ ਨੂੰ ਤਿਆਗ ਦਿੰਦੀ ਹੈ, ਭਾਵ ਅੰਦਰੋਂ ਭੇਖ ਦਾ ਹੰਕਾਰ ਛੱਡ ਦਿੰਦੀ ਹੈ, ਉਹ ਫਿਰ ਬੜੀ ਖੁਸ਼ੀ ਨਾਲ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਵਾਹਿਗੁਰੂ ਦੀ ਖੁਸ਼ੀ ਨੂੰ ਮਾਣਦੀ ਹੈ। ਸਦਾ ਸਿਗਾਰੀ ਨਾਉ ਮਨ, ਕਦੇ ਨਾ ਮੈਲ ਪਤੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਸਦਾ ਸਿਗਾਰੀ, ਉਹ ਪਰ ਹਮੇਸ਼ਾ ਲਈ ਸ਼ੁਭ ਗੁਣਾਂ ਦੇ ਆਤਮਕ ਸ਼ਿੰਗਾਰ ਵਾਲੀ ਬਣ ਜਾਂਦੀ ਹੈ। ਕਦੇ ਨਾ ਮੈਲ ਪਤੰਗ, ਪਤੰਗ ਦਾ ਅਰਥ ਕੀਤਾ ਪ੍ਰਤੀ ਅੰਗ, ਭਾਵ ਕਿਸੇ ਵੀ ਅੰਗ ਨੂੰ ਉਹਦੇ ਮੈਲ ਨਹੀਂ ਲੱਗਦੀ। ਦੂਸਰਾ ਪਤੰਗ ਦਾ ਅਰਥ ਮਹਾਂਪੁਰ ਕਰਦੇ ਸਨ ਸਰੀਰ। ਪਤੰਗ ਦਾ ਅਰਥ ਹੈ ਸਰੀਰ, ਵੀ ਉਹਦੇ ਸਰੀਰ ਨੂੰ ਕਦੇ ਕਿਸੇ ਕਿਸਮ ਦੀ ਮੈਲ ਨਹੀਂ ਲੱਗਦੀ। ਤੇ ਪਤੰਗ ਦਾ ਅਰਥ ਵਿਦਵਾਨਾਂ ਨੇ ਸੂਰਜ ਵੀ ਕੀਤਾ, ਕਈਆਂ ਨੇ ਪਤੰਗ ਦਾ ਅਰਥ ਕੀੜਾ ਵੀ ਕੀਤਾ, ਵੀ ਜਿਵੇਂ ਕਿਸੇ ਕੱਪੜੇ ਨੂੰ ਉਹ ਪਤੰਗਾ ਕਹਿੰਦੇ ਨੇ ਨਾ, ਵੀ ਉਹ ਪਤੰਗਾ ਉੱਡਿਆ ਫਿਰਦਾ, ਵੀ ਜਿਵੇਂ ਉਹ ਕੋਈ ਕਿਸੇ ਕੱਪੜੇ ਨੂੰ ਕੀੜਾ ਲੱਗ ਜਾਂਦਾ ਹੈ। ਕਈ ਵਾਰੀ ਸਾਡੇ ਕੱਪੜਿਆਂ ਨੂੰ ਵੀ ਕੀੜਾ ਲੱਗ ਜਾਂਦਾ ਹੈ ਤੇ ਕਈ ਵਾਰੀ ਆ ਜਾੜਾਂ ਨੂੰ ਵੀ ਕੀੜਾ ਲੱਗ ਜਾਂਦਾ ਹੈ। ਉਹ ਪਤੰਗ ਦਾ ਅਰਥ ਕੀੜਾ ਵੀ ਕੀਤਾ। ਕਦੇ ਨਾ ਮੈਲ ਪਤੰਗ, ਵੀ ਉਹਨਾਂ ਨੂੰ ਵੀ ਉਹ ਕਦੇ ਵੀ ਕੀੜੇ ਵਾਂਗੂ ਮੈਲ ਨਹੀਂ ਲੱਗਦੀ। ਤੇ ਮੁੱਖ ਅਰਥ ਇਹਦਾ ਇਹੀ ਢੁਕਦਾ ਹੈ, ਕਦੇ ਨਾ ਮੈਲ ਪਤੰਗ,
ਵੀ ਉਹ ਪ੍ਰਤੀ ਅੰਗ ਕਿਸੇ ਵੀ ਅੰਗ ਨੂੰ ਅਥਵਾ ਸਰੀਰ ਨੂੰ ਕਦੇ ਵੀ ਉਸ ਤੇ ਮੈਲ ਨਹੀਂ ਲੱਗਦੀ। ਦੇਵਰ ਜੇਠ ਮੂਏ ਦੁਖ ਸੱਸੂ ਕਾ ਡਰ ਕਿਸ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਦੇਵਰ ਜੇਠ ਮੋਏ ਦੁਖ। ਦੇਵਰ ਦਾ ਅਰਥ ਹੈ ਲੋਭ ਤੇ ਜੇਠ ਦਾ ਅਰਥ ਹੈ ਹੰਕਾਰ। ਜੇਠ ਵੱਡਾ ਹੁੰਦਾ ਨਾ, ਹੰਕਾਰ ਵੱਡਾ ਸਾਰਿਆਂ ਤੋਂ, ਤੇ ਉਹ ਲੋਭ ਤੇ ਜੇਠ ਹੰਕਾਰ ਇਹ ਵੀ ਦੁਖੀ ਹੋ ਕੇ ਮਰ ਜਾਂਦੇ ਨੇ। ਸੱਸੂ ਕਾ ਡਰ ਕਿਸ, ਤੇ ਸੱਸ ਕਿਹੜੀ ਹੈ? ਸੰਸੇ ਆਤਮਕ ਬਿਰਤੀ ਜਾਂ ਅਵਿਦਿਆ ਰੂਪੀ ਸੱਸ ਦਾ ਡਰ ਵੀ ਫਿਰ ਕਿਸ ਨੂੰ ਹੋਣਾ ਸੀ? ਭਾਵ ਜਦੋਂ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਜੀਵ ਰੂਪ ਇਸਤਰੀ ਦੇ ਵਿਕਾਰ ਵੀ ਖਤਮ ਹੋ ਜਾਂਦੇ ਨੇ ਤੇ ਅਵਿਦਿਆ ਤੇ ਸੰਸੇ ਆਤਮਕ ਬਿਰਤੀ ਦਾ ਵੀ ਡਰ ਦੂਰ ਹੋ ਜਾਂਦਾ ਹੈ। ਜੇ ਫਿਰ ਭਾਵੈ ਨਾਨਕਾ ਕਰਮਣੀ ਸਭ ਸੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਫਿਰ ਭਾਵੈ ਨਾਨਕਾ, ਜੇ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਜਾਵੇ, ਕਰਮ ਮਣੀ ਸਭ ਸੱਚ, ਫਿਰ ਇਹਦੇ ਮੱਥੇ ਉੱਤੇ ਭਾਗਾਂ ਦੀ ਮਣੀ, ਭਾਗਾਂ ਦੀ ਰੱਤੀ ਚਮਕ ਪੈਂਦੀ ਹੈ ਤੇ ਫਿਰ ਉਸ ਦਾ ਕੀਤਾ ਸਾਰਾ ਹੀ ਹਾਰ ਸ਼ਿੰਗਾਰ ਸਾਧਨ ਸੱਚ ਦਾ ਅਰਥ ਸਫਲਾ ਹੋ ਜਾਂਦਾ ਹੈ। ਮਹੱਲਾ ਚੌਥਾ। ਸੋਰਠ ਧਾਮ ਸੁਹਾਵਣੀ, ਜਾਂ ਹਰ ਨਾਮ ਟੰਡੋਲੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਸੋਰਠ ਰਾਗਣੀ ਗਾਈ ਤਾਂ ਹੀ ਸੁਹਾਵਣੀ ਹੋ ਸਕਦੀ ਹੈ, ਜਾਂ ਹਰ ਨਾਮ ਟੰਡੋਲੇ। ਜੇ ਸੋਠ ਰਾਗਨੀ ਗਾਉਣ ਵਾਲਾ ਵਾਹਿਗੁਰੂ ਦੇ ਨਾਮ ਦੀ ਵੀ ਟੂੰਡ ਕਰੇ, ਕੀਰਤਨ ਦੇ ਨਾਲ ਨਾਲ ਜਿਹੜਾ ਵਾਹਿਗੁਰੂ ਦਾ ਸਿਮਰਨ ਵੀ ਕਰੇ, ਉਹਦੀ ਇਹ ਸੋਠ ਰਾਗਣੀ ਗਾਈ ਹੋਈ ਸੁਹਾਵਣੀ ਸੋਭਨੀ ਹੋ ਸਕਦੀ ਹੈ। ਅਥਵਾ ਦੂਜਾ ਅਰਥ ਹੈ ਸੋਰਠ ਤਾਮ ਸੁਹਾਵਣੀ, ਉਸ ਜੀਵ ਰੂਪ ਸੋਰਠ ਵੀ ਉਸ ਜੀਵ ਰੂਪ ਇਸਤਰੀ ਦੀ ਸੋਰਠ ਬੁੱਧੀ ਤਾਂ ਸੁਹਾਵਣੀ ਹੋ ਸਕਦੀ ਹੈ ਜੇਕਰ ਉਹ ਵਾਹਿਗੁਰੂ ਦੇ ਨਾਮ ਦੀ ਤਲਾਸ਼ ਕਰੇ। ਗੁਰਪੁਰਖ ਮਨਾਵੈ ਆਪਣਾ ਗੁਰਮਤੀ ਹਰ ਹਰ ਬੋਲੇ। ਤੇ ਫਿਰ ਉਹ ਆਪਣੇ ਗੁਰਪੁਰਖ ਮਨਾਵੈ ਆਪਣਾ, ਉਹ ਆਪਣੇ ਗੁਰੂ ਨੂੰ ਵੀ ਮਨਾਵੇ, ਜੋ ਗੁਰੂ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਜਿਹੜੀ ਆਪਣੇ ਗੁਰੂ ਪਰਮੇਸ਼ਰ ਨੂੰ ਮਨਾ ਲੈਂਦੀ ਹੈ ਤੇ ਨਾਲ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਹਰ ਹਰ ਬੋਲੇ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੀ ਹੈ, ਉਹੀ ਜੀਵ ਰੂਪ ਇਸਤਰੀ, ਉਹੀ ਬੁੱਧੀ ਸੁਹਾਵਣੀ ਹੁੰਦੀ ਹੈ। ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਰੱਤੀ ਹਰ ਰੰਗ ਚੋਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਪ੍ਰੇਮ ਕਸਾਈ ਦਿਨ ਸਰਾਤ। ਫਿਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਦਿਨ ਰਾਤ ਉਹਦੇ ਹਿਰਦੇ ਵਿੱਚ ਪ੍ਰੇਮ ਦੀ ਖਿੱਚ ਬਣੀ ਰਹਿੰਦੀ ਹੈ। ਹਰ ਰੱਤੀ ਹਰ ਰੰਗ ਚੋਲੇ। ਤੇ ਫਿਰ ਚੋਲੇ ਇੱਥੇ ਕਾਵਿ ਰਚਨਾ ਦੇ ਵਿੱਚ ਵੀ ਇਹ ਚੋਲੀ ਦੀ ਥਾਂ ਚੋਲੇ ਸ਼ਬਦ ਵਰਤੇ ਹੈ ਤੇ ਰੱਤੀ ਸ਼ਬਦ ਇਸਤਰੀ ਲਿੰਗ ਹੈ, ਇਸ ਲਈ ਇਹਦਾ ਅਰਥ ਇਉਂ ਬਣੇਗਾ, ਹਰ ਰੱਤੀ ਹਰ ਰੰਗ ਚੋਲੇ। ਜਿਹੜੀ ਉਸ ਦੀ ਚੋਲੀ ਹੈ, ਬੁੱਧੀ ਰੂਪ ਚੋਲੀ ਅਥਵਾ ਇਹ ਦੇਹ ਰੂਪੀ ਚੋਲੀ, ਵੀ ਉਹ ਵੀ ਉਸ ਦੀ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ। ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਤੇ ਸਾਰੇ ਸੰਸਾਰ ਨੂੰ ਟੋਲ ਕੇ ਭਾਲ ਕੇ ਢੂੰਡ ਕੇ ਵੇਖ ਲਿਆ ਹੈ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਸਾਨੂੰ ਹੋਰ ਕੋਈ ਪੁਰਖ ਨਹੀਂ ਲੱਭ ਸਕਿਆ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਬਈ ਪੂਜਨੀਕ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਮਨ ਅੰਤ ਨਾ ਕਾਹੂ ਡੋਲੇ, ਹੁਣ ਸਾਡਾ ਮਨ ਹੋਰ ਕਿਸੇ ਪਾਸੇ ਡੋਲਦਾ ਹੀ ਨਹੀਂ ਹੈ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਹੁਣ ਵਾਹਿਗੁਰੂ ਦਾ ਦਾਸ ਬਣ ਗਿਆ ਹਾਂ। ਜਨ ਨਾਨਕ ਹਰ ਕਾ ਦਾਸ ਹੈ, ਮੈਂ ਉਸ ਵਾਹਿਗੁਰੂ ਦਾ ਦਾਸ ਬਣ ਗਿਆ ਹਾਂ। ਗੁਰ ਸਤਿਗੁਰ ਕੇ ਗੋਲ ਗੋਲੇ, ਤੇ ਨਾਲ ਪੂਜਨੀਕ ਸਤਿਗੁਰੂ ਮਹਾਰਾਜ ਦੇ ਅਸੀਂ ਗੋਲਿਆਂ ਦੇ ਗੋਲੇ, ਦਾਸਾਂ ਦੇ ਦਾਸ, ਨੌਕਰਾਂ ਦੇ ਅੱਗੇ ਹੋਰ ਨੌਕਰ ਬਣ ਗਏ ਹਾਂ।
ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ। ਹੇ ਸਿਰਜਣਹਾਰ ਵਾਹਿਗੁਰੂ, ਤੂੰ ਆਪੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਤੁਧ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਇਹ ਸਾਰੇ ਸੰਸਾਰ ਦਾ ਖੇਲ ਤਮਾਸ਼ਾ, ਇਹ ਨਾਟਕ ਬਣਾਇਆ ਹੈ, ਤੁਧ ਆਪ ਸਵਾਰਿਆ। ਤੇ ਜਿਤਨਾ ਵੀ ਸੰਸਾਰ ਹੈ ਤੇ ਜਿਤਨੇ ਵੀ ਸੰਸਾਰ ਦੇ ਜੀਵ ਨੇ, ਜਿੰਨੇ ਮਨੁੱਖ ਨੇ, ਉਹਨਾਂ ਨੂੰ ਵੀ ਤੁਸੀਂ ਆਪ ਹੀ ਸਵਾਰਿਆ ਹੈ। ਦਾਤਾ ਕਰਤਾ ਆਪ ਆਪ ਭੋਗਣ ਹਾਰਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਾਤਾ ਕਰਤਾ ਆਪ। ਹੈ ਵਾਹਿਗੁਰੂ, ਤੂੰ ਆਪ ਹੀ ਦਾਤਾ ਹੈ ਤੇ ਦਾਤਾ ਹੋ ਕੇ ਕਰਤਾ। ਤੂੰ ਦਾਤਾਂ ਦੀ ਬਖਸ਼ਿਸ਼ ਵੀ ਕਰਦਾ ਹੈ। ਆਪ ਭੋਗਣ ਹਾਰਿਆ ਤੇ ਆਪ ਹੀ ਤੂੰ ਲੈ ਕੇ ਭੋਗਣ ਵਾਲਾ ਹੈ, ਛਕਣ ਵਾਲਾ ਹੈ। ਤੂੰ ਆਪ ਹੀ ਦਾਤਾ ਬਣ ਕੇ ਦਾਤਾਂ ਬਖਸ਼ਿਸ਼ ਕਰਦਾ ਹੈ ਤੇ ਆਪ ਹੀ ਲੈ ਕੇ ਤੂੰ ਛਕਦਾ ਹੈ। ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ। ਹੇ ਵਾਹਿਗੁਰੂ, ਤੂੰ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਤੂੰ ਹੀ ਕਰਤਾ ਪੁਰਖ ਹੈ। ਸਭ ਤੇਰਾ ਸ਼ਬਦ ਵਰਤੈ, ਵੀ ਸਭ ਉਤੇ ਤੇਰਾ ਹੀ ਸ਼ਬਦ ਹੁਕਮ ਵਰਤਦਾ ਹੈ। ਸ਼ਬਦ ਇੱਥੇ ਪ੍ਰਕਰਨ ਦੇ ਅਨੁਸਾਰ ਹੁਕਮ ਦਾ ਅਰਥ ਹੀ ਟੁਕਦਾ ਹੈ। ਇਹ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਕਰਤਾਰ ਸਿਰਜਣਹਾਰ ਪਰਮ ਪਿਤਾ ਪ੍ਰਮਾਤਮਾ, ਵੀ ਸਾਰੇ ਸੰਸਾਰ ਤੇ ਤੇਰਾ ਹੀ ਹੁਕਮ ਵਰਤ ਰਿਹਾ ਹੈ। ਹੋ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਗੁਰੂ ਦੁਆਰਾ ਹਮੇਸ਼ਾ ਤੇਰੀ ਸਿਫਤ ਸਲਾਹ ਕਰਦਾ ਹਾਂ ਤੇ ਨਾਲ ਗੁਰੂ ਤੋਂ ਮੈਂ ਬਲਿਹਾਰ ਵੀ ਜਾਣਾ, ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਹੀ ਤੇਰਾ ਨਾਮ ਮਿਲਿਆ। ਗੁਰੂ ਦੀ ਕਿਰਪਾ ਦੁਆਰਾ ਹੀ ਸਾਨੂੰ ਤੇਰੀ ਸਿਫਤ ਸਲਾਹ ਦੀ ਦਾਤ ਪ੍ਰਾਪਤ ਹੋਈ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਤੇਰੇ ਨਾਲ ਮਿਲਾਪ ਹੋਇਆ। ਇਸੇ ਲਈ ਮੈਂ ਗੁਰੂ ਦੁਆਰਾ ਤੈਨੂੰ ਹਮੇਸ਼ਾ ਲਈ ਸਲਾਹੁਣਾ ਹਾਂ ਤੇ ਨਾਲ ਗੁਰੂ ਤੋਂ ਵੀ ਬਲਿਹਾਰ ਜਾਣਾ ਹਾਂ। ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਰ ਦੇ ਪਹਿਲੇ ਸ਼ਲੋਕ ਤੇ ਪੌੜੀ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਸ਼ਬਦ ਆਇਆ ਸੀ, ਜਿਸ ਦੀ ਵਿਚਾਰ ਸੰਗਤਾਂ ਨੇ ਸੁਣੀ। ਇਸ ਉਪਦੇਸ਼ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ। ਹੋ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।